Hello everyone, how are you? So today we are going to do a very interesting chapter, that is lesson number 5, The Dying Detective. Marda hoya jasoos ya marda hoya gupchar. It's written by Arthur Conan Doyle. Let's start. The detective Sherlock Holmes was seriously ill. Jasoos Sherlock Holmes gambhir bimar si. So he asked his landlady to get his assistant Watson. इसलिए उसने अपनी मकान मालकिन ਨੂੰ ਕਿਹਾ ਕਿ ਉਹ ਉਸਦੇ ਸਹਾਇਕ ਵਾਟਸਨ ਨੂੰ ਲੈ ਆਵੇ। ਵਾਟਸਨ accompanied the landlady to his house. ਵਾਟਸਨ ਲੈਂਡਲੇਡੀ ਦੇ ਨਾਲ ਆ ਜਾਂਦਾ ਹੈ ਅਤੇ ਸ਼ੇਰਲੌਕ ਹੋਮਸ ਦੇ ਘਰ ਪਹੁੰਚ ਜਾਂਦਾ ਹੈ। Was he able to save his master? ਕੀ ਉਹ ਆਪਣੇ ਮਾਸਟਰ ਨੂੰ ਬਚਾਉਣ ਦੇ ਯੋਗ ਸੀ? Read on to find out. ਪੜ੍ਹਦੇ ਰਹੋ ਇਹ ਜਾਣਨ ਲਈ। Mrs. Hudson, the landlady of Sherlock Holmes, came to me and said, ਮਿਸਿਸ ਹਡਸਨ ਜੋ ਕਿ ਸ਼ੇਰਲੌਕ ਹੋਮਸ ਦੀ ਲੈਂਡ ਲੇਡੀ ਸੀ, ਮਕਾਨ ਮਾਲਕਿਨ ਸੀ, ਉਹ ਮੇਰੇ ਕੋਲ ਆਈ ਅਤੇ ਉਸਨੇ ਕਿਹਾ ਮਿਸਟਰ ਹੋਮਸ ਇਜ਼ ਡਾਈਂਗ ਮਿਸਟਰ ਵਾਟਸਨ ਕਿ ਮਿਸਟਰ ਵਾਟਸਨ ਮਿਸਟਰ ਹੋਮਸ ਮਰ ਰਹੇ ਹਨ। ਫॉर 3 days ਹੀ ਹੈਜ਼ ਬੀਨ ਸਿੰਕਿੰਗ। 3 ਦਿਨਾਂ ਤੋਂ ਉਹਨਾਂ ਦੀ ਹਾਲਤ ਵਿੱਚ ਨਿਗਾਰ ਹੀ ਆ ਰਿਹਾ ਹੈ, ਭਾਵ ਉਹਨਾਂ ਦੀ ਹਾਲਤ ਡਾਊਨ ਹੀ ਜਾ ਰਹੀ ਹੈ। ਐਂਡ ਆਈ ਡਾਊਟ ਇਫ ਹੀ ਵਿਲ ਲਾਸਟ ਅਨਦਰ ਡੇ। ਤੇ ਮੈਨੂੰ ਸ਼ੱਕ ਹੈ ਕਿ ਉਹ ਸ਼ਾਇਦ ਹੀ ਅਗਲਾ दिन ਕੱਢਣ। He would not let me get a doctor. ਉਹ ਮੈਨੂੰ ਡਾਕਟਰ ਨੂੰ ਬੁਲਾਉਣ ਨਹੀਂ ਦੇ ਰਹੇ। I told him I could not stand it anymore. ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇਸ ਤਰ੍ਹਾਂ ਉਹਨਾਂ ਨੂੰ ਹੋਰ ਨਹੀਂ ਦੇਖ ਸਕਦੀ ਤੇ ਇਸ ਤਰ੍ਹਾਂ ਨਹੀਂ ਖੜੀ ਰਹਿ ਸਕਦੀ। And would get a doctor. ਅਤੇ ਮੈਂ ਡਾਕਟਰ ਨੂੰ ਬੁਲਾਵਾਂਗੀ। ਫਿਰ ਮਿਸਟਰ ਹੋਮਸ ਨੇ ਜਵਾਬ ਦਿੱਤਾ Let it be Watson then. ਵੀ ਜੇ ਕਿਸੇ ਨੂੰ ਬੁਲਾਣਾ ਹੀ ਹੈ ਤਾਂ ਵਾਟਸਨ ਨੂੰ ਬੁਲਾ ਲੈ। I was horrified for I had not heard about his illness before. ਹੁਣ ਵਾਟਸਨ ਕਹਿ ਰਿਹਾ ਕਿ ਮੈਂ ਬਹੁਤ ਘਬਰਾ ਗਿਆ ਸੀ ਕਿਉਂਕਿ ਮੈਂ ਪਹਿਲਾਂ ਤਾਂ ਉਹਨਾਂ ਦੀ ਬਿਮਾਰੀ ਬਾਰੇ ਕਦੇ ਸੁਣਿਆ ਹੀ ਨਹੀਂ ਸੀ। I rushed for my hat and coat. ਮੈਂ ਫਟਾਫਟ ਆਪਣੀ ਹੈਟ ਪਾਈ ਅਤੇ ਕੋਟ ਪਾਇਆ। As we drove back, I asked her about the details. ਕਿ ਜਦੋਂ ਅਸੀਂ ਡਰਾਈਵ ਕਰਦੇ ਹੋਏ ਵਾਪਸ ਜਾ ਰਹੇ ਸੀ ਤਾਂ ਵਾਟਸਨ ਨੇ ਮਿਸਿਸ ਹਡਸਨ ਕੋਲ ਇਹ ਸਾਰੀਆਂ ਗੱਲਾਂ ਦੀ ਡਿਟੇਲ ਪੁੱਛੀ। There is little I can tell you, sir. ਹੁਣ ਮਿਸਿਸ ਹਡਸਨ ਕੀ ਕਹਿੰਦੇ ਨੇ ਕਿ ਜ਼ਿਆਦਾ ਤਾਂ ਨਹੀਂ, ਮੈਂ ਤੁਹਾਨੂੰ ਥੋੜਾ ਹੀ ਕੁਝ ਦੱਸ ਸਕਦੀ ਹਾਂ ਸਰ। He has been working on a case down at Rutherhithe near the river. Rutherhithe ਜੋ ਕਿ ਨਦੀ ਦੇ ਨੇੜੇ ਹੈ, ਉਸ ਜਗ੍ਹਾ ਤੇ ਇੱਕ ਕੇਸ ਤੇ ਕੰਮ ਕਰ ਰਹੇ ਸਨ। And has brought this illness back with him. ਅਤੇ ਉੱਥੋਂ ਹੀ ਉਹ ਇਹ ਬਿਮਾਰੀ ਆਪਣੇ ਨਾਲ ਲੈ ਆਏ। He took to bed on Wednesday afternoon. ਉਹ ਬੁੱਧਵਾਰ ਦੁਪਹਿਰ ਤੋਂ ਹੀ ਬੈੱਡ ਤੇ ਹਨ। And has never moved since. ਅਤੇ ਉਹ ਉਸ ਤੋਂ ਬਾਅਦ ਜ਼ਰਾ ਵੀ ਹਿਲੇ ਡੁਲੇ ਨਹੀਂ। For 3 days neither food nor drink has passed his lips. 3 ਦਿਨ ਹੋ ਗਏ ਨਾ ਹੀ ਖਾਣਾ ਅਤੇ ਨਾ ਹੀ ਪਾਣੀ ਉਹਨਾਂ ਦੇ ਬੁੱਲਾਂ ਤੋਂ ਅੱਗੇ ਲੰਘਿਆ। Why did you not call a doctor? I asked. ਸੋ ਹੁਣ I ਜਿੱਥੇ ਵਰਤਿਆ ਗਿਆ ਉਹ ਕੀ ਨੇ? ਮਿਸਟਰ ਵਾਟਸਨ। ਭਾਵ ਇਹ ਸਾਰੀ ਸਟੋਰੀ ਇਸ ਤਰ੍ਹਾਂ ਸ਼ੋ ਕੀਤੀ ਗਈ ਹੈ ਕਿ ਜਿੱਦਾਂ ਮਿਸਟਰ ਵਾਟਸਨ ਸਾਰੀ ਸਟੋਰੀ ਨੂੰ ਨਰੇਟ ਕਰ ਰਹੇ ਹੋਣ। ਓਕੇ। Why did you not call a doctor? I asked. ਮੈਂ ਪੁੱਛਿਆ ਕਿ ਤੁਸੀਂ ਡਾਕਟਰ ਨੂੰ ਕਿਉਂ ਨਹੀਂ ਬੁਲਾਇਆ? He wouldn't have it, sir. I didn't dare to disobey him. ਉਹ ਨਹੀਂ ਚਾਹੁੰਦੇ ਕਿ ਮੈਂ ਬੁਲਾਵਾਂ ਤੇ ਮੇਰੇ 'ਚ ਇੰਨੀ ਹਿੰਮਤ ਨਹੀਂ ਕਿ ਮੈਂ ਉਹਨਾਂ ਦੀ ਆਗਿਆ ਦੀ ਅਵਹੇਲਨਾ ਕਰਾਂ, ਕਿ ਭਾਵ ਉਹਨਾਂ ਦੀ ਆਗਿਆ ਮੰਨਣ ਤੋਂ ਇਨਕਾਰ ਕਰਾਂ। He was indeed a sad sight. So Mr. Holmes ਦਾ ਨਜ਼ਾਰਾ ਸੱਚੀ ਬੜਾ ਦੁੱਖ ਭਰਿਆ ਸੀ। In the dim light of a foggy November day. ਕਿ ਹਲਕੀ ਰੋਸ਼ਨੀ ਵਾਲੇ ਅਤੇ ਧੂਏ ਨਾਲ ਭਰੇ ਹੋਏ ਉਸ ਨਵੰਬਰ ਦੇ ਦਿਨ ਦੇ ਵਿੱਚ the sick room was a gloomy spot. ਉਹ ਕਮਰਾ ਜਿੱਥੇ ਕਿ ਬਿਮਾਰ ਹੋਮਸ ਲੇਟਿਆ ਹੋਇਆ ਸੀ ਉਹ ਹਨੇਰੇ ਨਾਲ ਭਰੀ ਹੋਈ ਇੱਕ ਜਗ੍ਹਾ ਸੀ। But it was the gaunt face staring from the bed that brought chill to my heart. ਪਰ ਇਹ ਇੱਕ ਪਤਲਾ ਦੁਬਲਾ ਚਿਹਰਾ ਸੀ ਜਿਸ ਨੇ ਮੇਰੇ ਦਿਲ ਦੇ ਵਿੱਚ ਠੰਡਕ ਲੈ ਆਂਦੀ। His eyes had the brightness of fever. ਉਸ ਦੀਆਂ ਅੱਖਾਂ ਦੇ ਵਿੱਚ ਤਾਪ ਦੀ ਚਮਕ ਸੀ, ਭਾਵ ਉਸ ਦੀਆਂ ਅੱਖਾਂ ਬੁਖਾਰ ਦੇ ਨਾਲ ਤਪ ਰਹੀਆਂ ਸਨ। His cheeks were flushed. ਉਸ ਦੀਆਂ ਗੱਲਾਂ ਗਰਮ ਹੋ ਕੇ ਲਾਲ ਹੋਈਆਂ ਸਨ। His hand twitched all the time. He lay listless. ਉਸਦੇ ਹੱਥ ਮੁੜੇ ਹੋਏ ਸਨ ਅਤੇ ਉਹ ਬੇਸੁੱਧ ਸੀ। ਉਸ ਨੂੰ ਕਿਸੇ ਦੀ ਕੋਈ ਸੁੱਧ ਬੁੱਧ ਨਹੀਂ ਸੀ। My dear fellow, I cried approaching him.
ਮੇਰੇ ਪਿਆਰੇ ਮਿੱਤਰ, ਮੈਂ ਚਿਲਾਂਦਾ ਹੋਇਆ ਉਹਦੇ ਕੋਲ ਪਹੁੰਚਿਆ। ਸਟੈਂਡ ਬੈਕ, ਸਟੈਂਡ ਰਾਈਟ ਬੈਕ, ਹੀ ਕ੍ਰਾਈਡ। ਹੁਣ ਮਿਸਟਰ ਹੋਮਸ ਚਿਲਾਏ ਕੀ ਕਹਿੰਦੇ ਨੇ? ਪਿੱਛੇ ਖੜੇ ਰਹੋ, ਬਿਲਕੁਲ ਪਿੱਛੇ ਖੜੇ ਰਹੋ। But why? I want to help you, I said. Mr. Watson ने कहा, पर क्यों? मैं ਤੁਹਾਡੀ ਮਦਦ ਕਰਨਾ ਚਾਹੁੰਦਾ ਹਾਂ। Certainly Watson, but it is for your own sake. ਯਕੀਨਨ ਤੂੰ ਮੇਰੀ ਮਦਦ ਕਰਨ ਆਇਆ ਵਾਟਸਨ, ਪਰ ਇਹ ਮੈਂ ਤੇਰੇ ਵਾਸਤੇ ਹੀ ਕਹਿ ਰਿਹਾ, ਤੇਰੇ ਲਈ ਹੀ ਕਹਿ ਰਿਹਾ, ਤੂੰ ਮੇਰੇ ਕੋਲ ਨਾ ਆ। For my sake? I was surprised. ਮਿਸਟਰ ਵਾਟਸਨ ਨੇ ਕਿਹਾ, ਮੇਰੇ ਲਈ? ਇਸ ਗੱਲ ਨੇ ਮੈਨੂੰ ਬਹੁਤ ਹੈਰਾਨ ਕਰ ਦਿੱਤਾ। I know what is the matter with me. So Mr. Holmes ਕਹਿੰਦੇ, ਮੈਨੂੰ ਪਤਾ ਹੈ ਕਿ ਮੇਰੇ ਨਾਲ ਕੀ ਭਾਣਾ ਵਾਪਰਿਆ ਹੈ, ਮੈਨੂੰ ਕੀ ਹੋਇਆ ਹੈ। It is a disease from Sumatra. ਇਹ ਰੋਗ ਮੈਂ ਸੁਮਾਟਰਾ ਤੋਂ ਲੈ ਕੇ ਆਇਆ ਹਾਂ। It is deadly and contagious. ਇਹ ਮਾਰ ਦੇਣ ਵਾਲਾ ਰੋਗ ਹੈ ਅਤੇ ਛੂਤ ਦਾ ਰੋਗ ਹੈ। ਭਾਵ ਜੇ ਤੂੰ ਮੇਰੇ ਕੋਲ ਆਏਗਾ ਤੇ ਤੈਨੂੰ ਵੀ ਹੋ ਸਕਦਾ ਹੈ ਰੋਗ ਲੱਗ ਜੇ। ਵਾਟਸਨ, that's it. by touch। हाँ वाटसन, यही है कि यह छून दे नाल भी फैल सकता है। Good heavens Holmes, do you think this can stop me? वाटसन ने रब दा वास्ता पांदे हुए होम्स नू कहा कि तू सोचदा है कि इहो जी चीज़ मैनू तेरे कोल आण से रोक देगी। I said advancing towards him। So वाटसन ने होम्स वाल अगे वधदे हुए ये गल कही। If you will stand there, I will talk। जे तू उत्थे खड़ा रहेगा तो मैं तेरे नाल गल करांगा। If you don't, जे तू उत्थे नहीं खड़दा, you must leave the room। फिर तेनू रूम छड़ना पवेगा। Said my master। So वाटसन दे मास्टर ने कहा, पाव होम्स ने कहा। I have always given in to Holmes' wishes। हुण वाटसन कहंदे कि मैं हमेशा तो ही होम्स दा कहना मनदा रहा हाँ। But now my feelings as a doctor were aroused। पर एक डॉक्टर दे होंदियां हुण मेरियां भावनावां उत्तेजित हो रही सन। अराउज हुंदा उपर उठनियां वधनियां। I was at least his master in the sick room। मैं घट्टो घट उस मरीज दे रूम विच उहदा मास्टर ही सी। Holmes, I said, you are not yourself whether you like it or not। So वाटसन ने कहा, होम्स तू अपने आप विच नहीं है, भावें तू ये मन्ने चाहे ना मन्ने। I'll examine your symptoms and treat you। मैं तेरी बीमारी दे लक्षण नू एग्जामिन करांगा, भाव तैनू चेक करांगा अते तेरा इलाज करांगा। If I am to have a doctor, said he, let me at least have someone in whom I have confidence। ਤਾਂ ਹੋਮਸ ਨੇ ਕਿਹਾ ਕਿ ਜੇ ਮੈਨੂੰ ਡਾਕਟਰ ਨੂੰ ਹੀ ਬੁਲਾਣਾ ਪਵੇ ਤਾਂ ਮੈਨੂੰ ਉਸ ਵਿਅਕਤੀ ਨੂੰ ਬੁਲਾਣ ਦੇ ਜਿਹਦੇ ਉੱਤੇ ਮੈਨੂੰ ਵਿਸ਼ਵਾਸ ਹੋਵੇ। Then you have none in me। ਤੇ ਵਾਟਸਨ ਨੇ ਕਿਹਾ, ਇਹਦਾ ਮਤਲਬ ਤੈਨੂੰ ਮੇਰੇ ਤੇ ਕੋਈ ਵਿਸ਼ਵਾਸ ਨਹੀਂ ਹੈ। In your friendship certainly। ਹੋਮਸ ਨੇ ਕਿਹਾ, ਮੈਨੂੰ ਤੇਰੀ ਦੋਸਤੀ ਵਿੱਚ ਤਾਂ ਯਕੀਨਨ ਹੀ ਵਿਸ਼ਵਾਸ ਹੈ। But facts are facts। पर सच्चाई सच्चाई हुंदी है वाटसन। यू आर ए जनरल प्रैक्टिशनर। तू एक साधारण प्रैक्टिशनर है, भाव साधारण डॉक्टर है। नॉट अ स्पैशलिस्ट ऑफ दिस डिजीज़। तू इस डिजीज़ दा, तू इस रोग दा माहिर नहीं है। इफ सो लेट मी ब्रिंग सर जैस्पर मीक और पेनरोज फिशर और एनी अदर बेस्ट मैन इन लंडन। तो वाटसन ने कहा, जे इदा है तो फिर ठीक है, मैं सर जैस्पर मीक या पेनरोज फिशर या लंडन दे किसी भी सब तो अच्छे डॉक्टर नू तेरे को लै आंदा हाँ। हाउ इग्नोरेंट यू आर वाटसन। होम्स ने कहा, तू किन्ना अज्ञानी है वाटसन। ही सैड विद अ ग्रोन। उसने गुर्रांदे हुए गुस्से नाल कहा, व्हाट डू यू नो अबाउट तारपोनली फीवर और द ब्लैक फॉर्मोसा प्लेग। तू तारपोनली फीवर अते ब्लैक फॉर्मोसा प्लेग बारे की जानदा है। आई हैव नेवर हर्ड ऑफ दैम, आई एडमिटेड। हुण इत्थे वाटसन कहंदा कि मैं मान लिया कि मैनू इन्हां बीमारियां बारे कुछ भी नहीं पता सी। देयर आर मैनी प्रॉब्लम्स ऑफ द डिजीज़ इन द ईस्ट। हुण इत्थे होम्स कह रहा कि पूरब दे विच बीमारियां नाल संबंधित बहुत सारियां समस्यावां हन। आई हैव लर्नड दैट मच ड्यूरिंग माई रीसेंट रिसर्चिज। ते मैं जिहड़ियां रिसर्चिज कर रहा सी, खोजां कर रहा सी, ये सारियां बीमारियां बारे मैं उन्हां खोजां दे विच ही जाणिया। And during this course I caught this illness, he said। ते इन्हां रिसर्चिज दे दौरान ही मैनू यह बीमारी लग गई, होम्स ने कहा। I will bring Dr. Anstey then। ते वाटसन ने कहा, तां फिर वो डॉक्टर
ਐਂਸਟਰੀ ਨੂੰ ਬੁਲਾ ਲਵੇਗਾ। I said going towards the door। ਮੈਂ ਇਹ ਗੱਲ ਦਰਵਾਜ਼ੇ ਵੱਲ ਨੂੰ ਜਾਂਦਿਆਂ ਹੋਇਆ ਕਹੀ। Never have I had such a shock। ਮੈਨੂੰ ਇਹੋ ਜਿਹਾ ਝਟਕਾ ਕਦੇ ਵੀ ਨਹੀਂ ਲੱਗਿਆ। When the dying man bolted the door and locked it। ਕਿ ਜਦੋਂ ਮੈਂ ਦੇਖਿਆ ਹੋਵੇ ਕਿ ਕੋਈ ਮਰਦਾ ਹੋਇਆ ਬੰਦਾ ਇੱਕਦਮ ਆਪਣੇ ਬੈੱਡ ਤੋਂ ਉੱਠੇ ਅਤੇ ਮੇਰਾ ਰਾਹ ਰੋਕਣ ਲਈ ਉਹ ਜਾ ਕੇ ਫਟਾਫਟ ਦਰਵਾਜ਼ੇ ਨੂੰ ਕੁੰਡੀ ਲਾ ਦੇਵੇ, ਹੋਲਡਿੰਗ ਦਾ ਕੀ ਇਨ ਹਿਸ ਹੈਂਡ, ਅਤੇ ਉਸ ਤੋਂ ਬਾਅਦ ਚਾਬੀ ਆਪਣੇ ਹੱਥ ਵਿੱਚ ਰੱਖ ਲਵੇ। ਦ ਨੈਕਸਟ ਮੋਮੈਂਟ ਹੀ ਵਾਜ਼ ਬੈਕ ਇਨ ਹਿਸ ਬੈੱਡ। ਤੇ ਅਗਲੇ ਹੀ ਪਲ ਉਹ ਆਪਣੇ ਬੈੱਡ ਵਿੱਚ ਦੁਬਾਰਾ ਆ ਕੇ ਲੇਟ ਜਾਵੇ। ਯੂ ਵੋਂਟ ਹੈਵ ਦ ਕੀ ਬਾਈ ਫੋਰਸ ਫਰੋਮ ਮੀ ਵਾਟਸਨ। ਫਿਰ ਹੋਮਸ ਨੇ ਕੀ ਕਿਹਾ ਕਿ ਤੂੰ ਮੇਰੇ ਕੋਲ ਕਿਸੇ ਵੀ ਜ਼ੋਰ ਜ਼ਬਰਦਸਤੀ ਨਾਲ ਚਾਬੀ ਨਹੀਂ ਵਾਪਸ ਲੈ ਸਕਦਾ। ਬੀ ਹੇਅਰ ਟਿਲ 6 o'clock। ਇਟ ਇਜ਼ 4 ਨਾਓ। ਇੱਥੇ ਤੂੰ 6 ਵਜੇ ਤੱਕ ਰੁਕ, ਇਹ ਹੁਣ 4 ਵੱਜ ਗਏ ਹਨ। ਦਿਸ ਇਜ਼ ਮੈਡਨੈਸ ਹੋਮਸ ਆਈ ਸੈਡ। ਮਿਸਟਰ ਵਾਟਸਨ ਨੇ ਕਿਹਾ ਇਹ ਪਾਗਲਪਨ ਹੈ ਹੋਮ। ਓਨਲੀ 2 hours ਵਾਟਸਨ। ਸਿਰਫ 2 ਘੰਟੇ ਵਾਟਸਨ ਰੁਕ। then you can get a doctor of my choice। ਫਿਰ ਤੂੰ ਮੇਰੀ ਮਰਜ਼ੀ ਦਾ ਡਾਕਟਰ ਲੈ ਕੇ ਆ ਸਕਦਾ ਹੈ। you can read some books over there। ਤੂੰ ਉੱਥੇ ਬੈਠ ਕੇ ਕੁਝ ਕਿਤਾਬਾਂ ਪੜ੍ਹ ਸਕਦਾ ਹੈ। at 6 we will talk again। 6 ਵਜੇ ਅਸੀਂ ਦੁਬਾਰਾ ਗੱਲ ਕਰਾਂਗੇ। unable to settle down to reading। ਹੁਣ ਆਪਣੇ ਆਪ ਨੂੰ ਉਹਨੇ ਰੀਡਿੰਗ ਲਈ ਬਿਠਾ ਤਾਂ ਦਿੱਤਾ ਪਰ ਉਹ ਕਿਤਾਬਾਂ ਪੜ੍ਹ ਨਹੀਂ ਪਾ ਰਿਹਾ ਸੀ। I walked slowly round and round। ਮੈਂ ਕਿਤਾਬ ਨੂੰ ਹੱਥ 'ਚ ਫੜੇ ਹੌਲੀ ਹੌਲੀ ਇੱਧਰ ਉੱਧਰ ਗੇੜੇ ਲਾਉਂਦਾ ਰਿਹਾ। looking at the pictures। ਆਸ-ਪਾਸ ਦੀਆਂ ਤਸਵੀਰਾਂ ਨੂੰ ਦੇਖਦੇ ਹੋਏ। finally I came to the mental piece। ਅਖੀਰ ਮੈਂ ਇੱਕ ਅੰਗੀਠੀ ਦੇ ਕੋਲ ਆ ਗਿਆ। where among other things I saw a small black and white ivory box with sliding lid। ਉੱਥੇ ਮੈਂ ਨਾਲ ਹੀ ਇੱਕ ਹਾਥੀ ਦੇ ਦੰਦਾਂ ਦੇ ਨਾਲ ਬਣਿਆ ਹੋਇਆ ਬਾਕਸ ਦੇਖਿਆ ਜਿਸ ਉੱਤੇ ਇੱਕ ਸਲਾਈਡਿੰਗ ਢੱਕਣ ਲੱਗਿਆ ਹੋਇਆ ਸੀ। ਲਿਡ ਕੀ ਹੁੰਦਾ? ਢੱਕਣ। ਤੇ ਆਈਵਰੀ ਬਾਕਸ ਹੁੰਦਾ ਹਾਥੀ ਦੇ ਦੰਦਾਂ ਦੇ ਨਾਲ ਬਣਿਆ ਹੋਇਆ ਇੱਕ ਸੰਦੂਕ। ਐਜ਼ ਆਈ ਹੈਲਡ ਇਟ ਇਨ ਮਾਈ ਹੈਂਡ ਟੂ ਐਗਜ਼ਾਮਿਨ ਇਟ। ਜਿਵੇਂ ਹੀ ਮੈਂ ਉਸ ਨੂੰ ਆਪਣੇ ਹੱਥਾਂ ਵਿੱਚ ਜਾਂਚਣ ਲਈ ਚੱਕਿਆ I heard a dreadful cry। ਤੇ ਮੈਂ ਇੱਕ ਬਹੁਤ ਭਿਆਨਕ ਚੀਖ ਸੁਣੀ। Put it down, down at once, Watson, he said। ਤਾਂ ਹੋਮਸ ਪਿੱਛੋਂ ਚਿল্ਲਾਇਆ ਕਿ ਇਹਨੂੰ ਨੀਚੇ ਰੱਖ ਦੇ, ਹੁਣੇ ਰੱਖ ਨੀਚੇ। I hate to have my things touched। ਮੈਨੂੰ ਨਫ਼ਰਤ ਹੈ ਕਿ ਜੇ ਕੋਈ ਮੇਰੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਛੂਏ। I thought how ill he was in his mind। ਵਾਟਸਨ ਕਹਿੰਦਾ ਮੈਂ ਸੋਚਿਆ ਕਿ ਕਿਸ ਤਰ੍ਹਾਂ ਉਸ ਦੀ ਬਿਮਾਰੀ ਉਸ ਦੇ ਦਿਮਾਗ ਨੂੰ ਚੜ੍ਹ ਗਈ ਸੀ ਕਿ ਉਹ ਦਿਮਾਗੀ ਤੌਰ ਤੇ ਵੀ ਕਿੰਨਾ ਬਿਮਾਰ ਹੋ ਗਿਆ ਸੀ ਕਿ ਉਹ ਮੇਰੇ ਨਾਲ ਇਸ ਤਰ੍ਹਾਂ ਬੋਲਿਆ। and sat silently until the time passed। ਤੇ ਉਸ ਤੋਂ ਬਾਅਦ ਉਹ ਚੁੱਪ ਚਪੀਤੇ ਬੈਠ ਗਿਆ ਜਦ ਤੱਕ ਕਿ ਉਹ ਸਮਾਂ ਨਹੀਂ ਲੰਘਿਆ 6 ਵਜੇ ਤੱਕ ਦਾ। now Watson, he said, have you any change। ਹੁਣ ਹੋਮਸ ਨੇ ਪੁੱਛਿਆ ਕਿ ਵਾਟਸਨ ਤੇਰੇ ਕੋਲ ਕੁਝ ਚੇਂਜ ਹੈ, ਕੁਝ ਭਾਣ ਹੈ। yes I replied। ਹਾਂ ਵਾਟਸਨ ਨੇ ਜਵਾਬ ਦਿੱਤਾ। how many half crowns। ਕਿ ਤੇਰੇ ਕੋਲ ਕਿੰਨੇ ਹਾਫ ਕਰਾਊਨਸ ਹਨ ਯਾਨੀ 50 ਪੈਸੇ ਦੇ ਸਿੱਕੇ ਹਨ। ਪੁੱਟ them in your watch pocket। ਉਹਨਾਂ ਹਾਫ ਕਰਾਊਨਸ ਨੂੰ ਚੱਕ ਕੇ ਆਪਣੀ ਵਾਚ ਪਾਕਟ ਵਿੱਚ ਪਾ ਦੇ ਜਿੱਥੇ ਤੂੰ ਆਪਣੀ ਵਾਚ ਪਾਉਂਦਾ ਹੈ। and all the rest in your trouser pocket। ਤੇ ਜਿਹੜੇ ਬਚ ਜਾਣ ਉਸ ਨੂੰ ਆਪਣੀ ਟਰਾਊਜ਼ਰ ਪਾਕਟ ਵਿੱਚ ਪਾ ਲੈ। you will light the gas lamp। ਤੇ ਹੁਣ ਤੂੰ ਕੀ ਕਰ ਤੇ ਜਿਹੜਾ ਗੈਸ ਲੈਂਪ ਉਸ ਕਮਰੇ ਵਿੱਚ ਲੱਗਿਆ ਹੋਇਆ ਹੈ ਉਸ ਨੂੰ ਜਗਾ ਦੇ, ਲਾਈਟ ਕਰ ਦੇ। ਬਟ ਇਟ ਮਸਟ ਬੀ ਹਾਫ ਔਨ। ਪਰ ਇਹ ਜ਼ਰੂਰ ਅੱਧਾ ਬਲਦਾ ਰਹਿਣਾ ਚਾਹੀਦਾ ਹੈ। you will have the kindness to place some letters and paper on the table within my reach। ਤੇ ਤੂੰ ਮੇਰੇ ਲਈ ਇੱਕ ਚੰਗਾ ਕੰਮ ਕਰ ਕਿ ਮੇਰੀ ਪਹੁੰਚ ਦੇ ਵਿੱਚ ਕੁਝ ਲੈਟਰਸ ਅਤੇ ਕੁਝ ਪੇਪਰ ਟੇਬਲ ਉੱਤੇ ਰੱਖ ਦੇ ਤਾਂ ਕਿ ਉਹ ਮੇਰੀ ਪਹੁੰਚ ਵਿੱਚ ਆ ਜਾਣ। ਨਾਓ ਪਲੇਸ ਦ ਆਈਵਰੀ ਬਾਕਸ ਔਨ ਦ ਟੇਬਲ। ਹੁਣ ਉਹ ਵਾਲਾ ਆਈਵਰੀ ਬਾਕਸ ਉਸ ਟੇਬਲ ਤੇ ਰੱਖ ਦੇ। ਸਲਾਈਡ ਦ ਲਿਡ ਅ ਬਿਟ ਵਿਦ ਟੋਂਗਸ। ਟੋਂਗਸ ਹੁੰਦਾ ਚਿਮਟਾ ਕਿ ਤੂੰ ਚਿਮਟੇ ਦੇ ਨਾਲ ਉਸ ਦਾ ਢੱਕਣ ਥੋੜਾ ਜਿਹਾ ਸਰਕਾ ਦੇ। ਪੁੱਟ ਦ ਟੋਂਗਸ ਔਨ ਦ ਟੇਬਲ। ਅਤੇ ਉਸ ਚਿਮਟੇ ਨੂੰ ਟੇਬਲ ਉੱਤੇ ਰੱਖ ਦੇ। ਗੁੱਡ। ਨਾਓ ਯੂ ਕੈਨ ਗੋ ਐਂਡ ਫੈਚ ਮਿਸਟਰ ਕਲਵਰਟਨ ਸਮਿਥ। ਅੱਛਾ ਹੁਣ ਠੀਕ ਹੈ, ਹੁਣ ਤੂੰ ਮਿਸਟਰ ਕਲਵਰਟਨ ਸਮਿਥ ਨੂੰ ਬੁਲਾ ਕੇ ਲੈ ਕੇ ਆ। ਫੈਚ ਹੁੰਦਾ ਲੈ ਕੇ ਆਣਾ। ਆਫ 13 ਲੋਅਰ ਬਰਕ ਸਟਰੀਟ ਜੋ ਕਿ 13 ਲੋਅਰ ਬਰਕ ਸਟਰੀਟ ਵਿੱਚ ਰਹਿੰਦੇ ਹਨ। ਆਈ ਵਾਜ਼ ਹੈਜ਼ੀਟੈਂਟ ਟੂ ਲੀਵ ਹਿਮ ਨਾਓ। ਮੈਂ ਹੁਣ ਉਸ ਨੂੰ ਛੱਡਣ ਲਈ ਦੁਚਿੱਤੀ ਵਿੱਚ ਸੀ। ਹੀ ਵਾਜ਼ ਡਿਲੀਰੀਅਸ। ਉਹ ਅਜੇ ਵੀ ਬੇਸੁੱਧ ਸੀ। I have never heard of the name, I said। ਤਾਂ ਵਾਟਸਨ ਨੇ ਕਿਹਾ ਮੈਂ ਤਾਂ ਉਹਦਾ ਨਾਮ ਕਦੇ ਵੀ ਨਹੀਂ ਸੁਣਿਆ।
Well, he is the man who has the knowledge of this disease। ਤਾਂ ਹਟਸਨ ਨੇ ਕਿਹਾ well ਕਿ ਇਹ ਉਹੀ ਵਿਅਕਤੀ ਹੈ ਜਿਸ ਨੂੰ ਇਸ ਬਿਮਾਰੀ ਦੀ knowledge ਹੈ। he is not a medical man, ਉਹ ਡਾਕਟਰ ਨਹੀਂ ਹੈ। he is a planter, ਉਹ ਪੌਦੇ ਉਗਾਉਣ ਵਾਲਾ ਹੈ। he lives in Sumatra, ਉਹ ਸੁਮਾਟਰਾ ਵਿੱਚ ਰਹਿੰਦਾ ਹੈ। now visiting London, ਹੁਣ ਉਹ ਲੰਡਨ ਘੁੰਮ ਰਿਹਾ ਹੈ। I didn't want you to go before 6, ਮੈਂ ਇਹ ਨਹੀਂ ਚਾਹੁੰਦਾ ਸੀ ਕਿ ਤੂੰ 6 ਵਜੇ ਤੋਂ ਪਹਿਲਾਂ ਜਾਵੇਂ because you wouldn't have found him in his study। ਸੋ ਇੱਥੇ ਇੱਕ ਵਰਡ ਆਇਆ study, ਜਿਸ ਦਾ ਇੱਥੇ ਮਤਲਬ study room ਹੈ। ਸੋ ਹੋਮਸ ਕਹਿੰਦਾ ਹੈ ਕਿ ਜੇ ਮੈਂ ਤੈਨੂੰ 6 ਵਜੇ ਤੋਂ ਪਹਿਲਾਂ ਭੇਜ ਦਿੰਦਾ ਤਾਂ ਤੈਨੂੰ ਉਹ ਆਪਣੇ ਸਟੱਡੀ ਰੂਮ ਵਿੱਚ ਨਹੀਂ ਮਿਲਣਾ ਸੀ। I hope you will be able to persuade him to come। ਪਰਸੂਏਡ ਹੁੰਦਾ ਮਨਾ ਲੈਣਾ। ਮੈਨੂੰ ਆਸ ਹੈ ਕਿ ਤੂੰ ਉਸ ਨੂੰ ਆਪਣੇ ਨਾਲ ਆਉਣ ਲਈ ਮਨਾ ਲਵੇਂਗਾ। You will tell him exactly how you have left me। ਤੈਨੂੰ ਉਸ ਨੂੰ ਇਹ ਗੱਲ ਚੰਗੀ ਤਰ੍ਹਾਂ ਦੱਸਣੀ ਪਵੇਗੀ ਕਿ ਤੂੰ ਮੈਨੂੰ ਕਿਸ ਤਰ੍ਹਾਂ ਛੱਡ ਕੇ ਆਇਆ ਹੈ। He said, You must tell him that I'm dying plead with him, Watson। ਹੋਮਸ ਨੇ ਕਿਹਾ ਕਿ ਤੂੰ ਉਸ ਨੂੰ ਇਹ ਵੀ ਕਹਿ ਦੀ ਕਿ ਮੈਂ ਵੀ ਉਸ ਦੇ ਨਾਲ ਹੀ ਮਰੀ ਜਾ ਰਿਹਾ ਹਾਂ, ਮਰਨ ਦੀ ਪ੍ਰਤੀਗਿਆ ਵਿੱਚ ਬੈਠਾ ਹਾਂ। I'll bring him in a cab, I said। ਵਾਟਸਨ ਨੇ ਕਿਹਾ ਕਿ ਮੈਂ ਉਸ ਨੂੰ ਕੈਬ ਵਿੱਚ ਲੈ ਆਉਂਦਾ ਹਾਂ, ਭਾਵ ਟੈਕਸੀ ਵਿੱਚ ਲੈ ਆਉਂਦਾ ਹਾਂ। No, you will persuade him to come and return before him। ਹੋਮਸ ਨੇ ਕਿਹਾ ਨਹੀਂ, ਤੂੰ ਉਸ ਨੂੰ ਸਿਰਫ ਮਨਾਉਣਾ ਹੈ ਇੱਥੇ ਆਉਣ ਲਈ, ਪਰ ਤੂੰ ਉਸ ਤੋਂ ਵੀ ਪਹਿਲਾਂ ਮੇਰੇ ਕੋਲ ਵਾਪਸ ਆ ਜਾਣਾ ਹੈ। Make any excuse, ਕੋਈ ਵੀ ਬਹਾਨਾ ਬਣਾ ਦੀ। Remember this, ਵਾਟਸਨ, ਇਹ ਤੂੰ ਯਾਦ ਰੱਖਣਾ ਹੈ, ਤੂੰ ਪਹਿਲਾਂ ਆਉਣਾ ਹੈ। I saw Mrs. Hudson was waiting outside, trembling and crying। मैं देखा कि Mrs. Hudson बाहर वेट कर रहे सन, कंबदे होए अते रोंदे होए। Below, as I waited for the cab, हेठां ਜਦੋਂ मैं किसी टैक्सी ਦੀ ਉਡੀਕ ਕੀਤੀ, I met Inspector Morton of the Scotland Yard। ਤਾਂ ਮੈਨੂੰ ਉੱਥੇ Scotland Yard ਦੇ ਇੰਸਪੈਕਟਰ ਮੋਰਟਨ ਮਿਲੇ। He was not in his uniform, ਉਹ ਆਪਣੀ ਯੂਨੀਫਾਰਮ ਵਿੱਚ ਨਹੀਂ ਸਨ। How is he? he asked। ਤਾਂ ਮੋਰਟਨ ਨੇ ਮੇਰੇ ਕੋਲ ਪੁੱਛਿਆ ਕਿ ਮਿਸਟਰ ਹੋਮਸ ਕਿੱਦਾਂ ਹਨ। He is very ill, I answered। ਵਾਟਸਨ ਨੇ ਆਨਸਰ ਦਿੱਤਾ ਕਿ ਉਹ ਬਹੁਤ ਬਿਮਾਰ ਹਨ। I reached Mr. Culverton Smith's house। ਮੈਂ ਮਿਸਟਰ ਕਲਵਰਟਨ ਸਮਿਥ ਦੇ ਘਰ ਪਹੁੰਚਿਆ। The butler appeared at the doorway। ਤਾਂ ਉਹਨਾਂ ਦਾ ਰਸੋਈਆ ਡਿਓੜੀ 'ਚ ਆਇਆ। Through the half open door I heard a man's voice telling the butler, I'm not at home, say so। ਤਾਂ ਅੱਧੇ ਖੁੱਲੇ ਦਰਵਾਜ਼ੇ ਦੇ ਵਿੱਚੋਂ ਕਲਵਰਟਨ ਸਮਿਥ ਦੀ ਅੰਦਰੋਂ ਆਂਦੀ ਹੋਈ ਆਵਾਜ਼ ਮੈਂ ਸੁਣੀ, ਜਿਹਦੇ ਵਿੱਚ ਉਹ ਆਪਣੇ ਰਸੋਈਏ ਨੂੰ ਕਹਿ ਰਿਹਾ ਸੀ ਕਿ ਜੋ ਵੀ ਹੈ ਉਹਨੂੰ ਕਹਿ ਦਿਓ ਮੈਂ ਘਰ ਨਹੀਂ ਹਾਂ। I pushed past the butler and entered the room। ਮੈਂ ਉਸ ਰਸੋਈਏ ਨੂੰ ਧੱਕਾ ਮਾਰਿਆ ਅਤੇ ਉਸ ਕਮਰੇ ਦੇ ਵਿੱਚ ਦਾਖਲ ਹੋਇਆ। I saw a frail man with a bald head sitting। ਤਾਂ ਮੈਂ ਦੇਖਿਆ ਇੱਕ ਕਮਜ਼ੋਰ ਗੰਜਾ ਵਿਅਕਤੀ ਉੱਥੇ ਬੈਠਾ ਸੀ। I'm sorry, I said। ਮੈਨੂੰ ਮਾਫ ਕਰਨਾ, ਮੈਂ ਕਿਹਾ। But the matter cannot be delayed। ਪਰ ਇਹ ਇਹੋ ਜਿਹਾ ਮਸਲਾ ਜਿਹਨੂੰ ਅਸੀਂ ਡਿਲੇ ਨਹੀਂ ਕਰ ਸਕਦੇ, ਦੇਰ ਨਹੀਂ ਕਰ ਸਕਦੇ। ਮਿਸਟਰ ਸ਼ੇਰਲੌਕ ਹੋਮਸ। ਤੇ ਉਸ ਤੋਂ ਬਾਅਦ ਵੈਟਸਨ ਨੇ ਸਿਰਫ ਇੰਨੇ ਕਿਹਾ, ਮਿਸਟਰ ਸ਼ੇਰਲੌਕ ਹੋਮਸ। The mere mention of his name, ਮੇਅਰ ਹੁੰਦਾ ਸਿਰਫ ਉਸ ਦੇ ਇਸ ਨਾਮ ਨੂੰ ਮੈਂਸ਼ਨ ਕਰਨ ਦੇ ਨਾਲ ਹੀ had a different effect on the man। ਤਾਂ ਇਹ ਨਾਮ ਸੁਣਨ ਤੋਂ ਬਾਅਦ ਕਲਵਰਟਨ ਸਮਿਥ ਦੇ ਚਿਹਰੇ ਤੇ ਇੱਕ ਅਲੱਗ ਜਿਹਾ ਹੀ ਪ੍ਰਭਾਵ ਸੀ। Have you come from Holmes? How is he? he asked। ਤਾਂ ਕਲਵਰਟਨ ਸਮਿਥ ਨੇ ਪੁੱਛਿਆ ਕਿ ਤੂੰ ਹੋਮਸ ਤੋਂ ਆਇਆ ਹੈ, ਉਹ ਹੁਣ ਕਿੱਦਾਂ ਹੈ? ਉਸਨੇ ਪੁੱਛਿਆ। He is very ill, that is why I have come। ਉਹ ਬਹੁਤ ਬਿਮਾਰ ਹੈ, ਇਸੇ ਕਰਕੇ ਤਾਂ ਮੈਂ ਆਇਆ ਹਾਂ। Mr. Holmes has a high opinion of you। ਮਿਸਟਰ ਹੋਮਸ ਦੀ ਤੁਹਾਡੇ ਨਾਲ ਬਹੁਤ ਆਸ਼ਾ ਹੈ and thought you are the only man in London who can help him। ਅਤੇ ਉਹ ਸੋਚਦੇ ਹਨ ਕਿ ਪੂਰੇ ਲੰਡਨ ਦੇ ਵਿੱਚ ਤੁਸੀਂ ਹੀ ਇਕੱਲੇ ਹੋ ਜਿਹੜੇ ਉਸ ਦੀ ਮਦਦ ਕਰ ਸਕਦੇ ਹੋ। The little Mart was startled। Startled ਹੁੰਦਾ हैरान हो जाना, बहुत ज़्यादा हैरान हो जाना। ਤਾਂ ਉਹ ਛੋਟਾ ਮਾਰਟ ਬਹੁਤ ਜ਼ਿਆਦਾ हैरान हो गया। Why? he asked। ਤਾਂ ਕਲਵਰਟਨ ਸਮਿਥ ਨੇ ਪੁੱਛਿਆ ਕਿਉਂ? Because of your knowledge of the eastern diseases, I replied। ਤਾਂ ਵਾਟਸਨ ਨੇ ਜਵਾਬ ਦਿੱਤਾ, ਤੁਹਾਡੀ ਪੂਰਬੀ ਬਿਮਾਰੀਆਂ ਦੀ ਨੌਲੇਜ ਕਰਕੇ। How did he get it? he asked। ਕਲਵਰਟਨ ਸਮਿਥ ਨੇ ਪੁੱਛਿਆ ਉਸ ਨੂੰ ਬਿਮਾਰੀ ਕਿੱਦਾਂ ਲੱਗੀ। I told him everything।
ਤਾਂ ਮੈਂ ਉਸਨੂੰ ਹਰ ਚੀਜ਼ ਦੱਸੀ। ਹੀ ਸਮਾਈਲਡ ਐਂਡ ਅਗਰੀਡ ਟੂ ਕਮ। ਉਹ ਇਹ ਸਾਰਾ ਕੁਝ ਸੁਣ ਕੇ ਮੁਸਕਰਾਇਆ ਅਤੇ ਮੇਰੇ ਨਾਲ ਆਉਣ ਲਈ ਉਹ ਮੰਨ ਗਿਆ। Pretending that I had some other appointment, I left him. Pretending ਹੁੰਦਾ ਬਹਾਨਾ ਲਗਾਉਣਾ। ਸੋ ਜਿੱਦਾਂ ਹੋਮਸ ਨੇ ਵਾਟਸਨ ਨੂੰ ਕਿਹਾ ਸੀ ਕਿ ਤੂੰ ਕੋਈ ਬਹਾਨਾ ਲਗਾ ਕੇ ਆਪ ਪਹਿਲਾਂ ਪਹੁੰਚੀ ਤੇ ਉਹਨੂੰ ਬਾਅਦ ਵਿੱਚ ਆਉਣ ਦੇ, ਠੀਕ। ਸੋ ਉਸੇ ਤਰ੍ਹਾਂ ਹੀ ਉਸਨੇ ਬਹਾਨਾ ਲਗਾਇਆ ਕਿ ਮੈਨੂੰ ਹੋਰ ਕਿਤੇ ਕੰਮ ਹੈ। I left him, ਮੈਂ ਉਸਨੂੰ ਛੱਡ ਕੇ ਚਲਾ ਗਿਆ। ਭਾਵ ਵਾਟਸਨ ਕਲਵਰਟਨ ਸਮਿਥ ਨੂੰ ਛੱਡ ਕੇ ਪਹਿਲਾਂ ਨਿਕਲ ਆਇਆ। With a sinking heart, I reached Holmes' room. ਤਾਂ ਬੈਠਦੇ ਹੋਏ ਦਿਲ ਦੇ ਨਾਲ ਮੈਂ ਹੋਮਸ ਦੇ ਕਮਰੇ ਵਿੱਚ ਪਹੁੰਚਿਆ। I told him that Mr. Smith was coming. ਮੈਂ ਉਸਨੂੰ ਦੱਸਿਆ ਕਿ ਮਿਸਟਰ ਸਮਿਥ ਆ ਰਹੇ ਸਨ। Well done, Watson, he said. ਤਾਂ ਹੋਮਸ ਨੇ ਕਿਹਾ, ਬਹੁਤ ਅੱਛਾ ਕੀਤਾ ਵਾਟਸਨ। ਯੂ ਹੈਵ ਡਨ ਐਵਰੀਥਿੰਗ ਦੈਟ ਅ ਗੁੱਡ ਫਰੈਂਡ ਕੁਡ ਡੂ। ਤੂੰ ਉਹ ਸਭ ਕੁਝ ਕੀਤਾ ਹੈ ਜੋ ਇੱਕ ਚੰਗਾ ਫਰੈਂਡ ਕਰ ਸਕਦਾ ਸੀ। ਨਾਓ ਯੂ ਡਿਸਅਪੀਅਰ ਟੂ ਦ ਨੈਕਸਟ ਰੂਮ। ਹੁਣ ਤੂੰ ਇੱਦਾਂ ਕਰ, ਤੂੰ ਅਗਲੇ ਰੂਮ ਦੇ ਵਿੱਚ ਜਾ ਕੇ ਛਿਪ ਜਾ ਐਂਡ ਡੋਂਟ ਸਪੀਕ ਔਰ ਕਮ ਹੇਅਰ। ਅਤੇ ਹੁਣ ਤੂੰ ਕੁਝ ਬੋਲੀ ਨਾ ਤੇ ਨਾ ਹੀ ਇੱਥੇ ਆਈ। ਆਈ ਹਰਡ ਦ ਫੁੱਟ ਸਟੈਪਸ। ਆਈ ਹਰਡ ਅ ਵੌਇਸ ਸੇ, ਹੋਮਸ, ਹੋਮਸ, ਕੈਨ ਯੂ ਹੀਅਰ ਮੀ। ਤਾਂ ਵਾਟਸਨ ਇੱਥੇ ਕੀ ਕਹਿ ਰਿਹਾ ਕਿ ਮੈਂ ਉਸ ਤੋਂ ਬਾਅਦ ਕਦਮਾਂ ਦੀ ਆਹਟ ਸੁਣੀ ਤੇ ਮੈਂ ਇੱਕ ਆਵਾਜ਼ ਵੀ ਸੁਣੀ। ਕਿਹੜੀ ਆਵਾਜ਼? ਕਿ ਹੋਮਸ, ਹੋਮਸ, ਕੀ ਤੂੰ ਮੈਨੂੰ ਸੁਣ ਸਕਦਾ ਹੈ? ਇਹ ਕੌਣ ਸੀ? ਮਿਸਟਰ ਕਲਵਰਟਨ ਸਮਿਥ ਉਹਨੂੰ ਮਿਲਣ ਆਇਆ ਸੀ। ਸੋ ਹੁਣ ਹੋਮਸ ਕੀ ਕਹਿੰਦਾ? ਇਜ਼ ਦੈਟ ਯੂ ਮਿਸਟਰ ਸਮਿਥ? ਹੋਮਸ ਵਿਸਪਰਡ। ਵਿਸਪਰਡ ਹੁੰਦਾ ਹੌਲੀ ਹੌਲੀ ਬੋਲਣਾ, ਬੁੜਬੁੜਾਣਾ। ਤਾਂ ਹੋਮਸ ਹੌਲੀ ਹੌਲੀ ਬੋਲਿਆ ਕਿ ਮਿਸਟਰ ਸਮਿਥ, ਕੀ ਇਹ ਤੁਸੀਂ ਹੋ? ਯੂ ਨੋ ਵਾਟ ਇਜ਼ ਰੋਂਗ ਵਿਥ ਮੀ। ਤੁਹਾਨੂੰ ਪਤਾ ਹੈ ਮੇਰੇ ਨਾਲ ਕੀ ਗਲਤ ਵਾਪਰਿਆ? ਯੂ ਆਰ ਦਾ ਓਨਲੀ ਵਨ ਇਨ ਲੰਡਨ ਹੂ ਕੈਨ ਕਿਉਰ ਮੀ। ਪੂਰੇ ਲੰਡਨ ਦੇ ਵਿੱਚ ਤੁਸੀਂ ਹੀ ਇਕੱਲੇ ਹੋ ਜੋ ਕਿ ਮੇਰਾ ਇਲਾਜ ਕਰ ਸਕਦੇ ਹੋ। ਡੂ ਯੂ ਨੋ ਦ ਸਿੰਪਟਮਸ? ਆਸਕਡ ਸਮਿਥ। ਤਾਂ ਮਿਸਟਰ ਕਲਵਰਟਨ ਸਮਿਥ ਨੇ ਪੁੱਛਿਆ, ਕੀ ਤੁਹਾਨੂੰ ਇਸ ਬਿਮਾਰੀ ਦੇ ਲੱਛਣਾਂ ਬਾਰੇ ਪਤਾ? ਓਨਲੀ ਟੂ ਵੈਲ ਮਿਸਟਰ ਸਮਿਥ। ਹਾਂ, ਬਹੁਤ ਚੰਗੀ ਤਰ੍ਹਾਂ ਪਤਾ ਮਿਸਟਰ ਸਮਿਥ। ਤੇ ਉਸ ਨੇ ਉਹ ਸਾਰੇ ਸਿੰਪਟਮਸ ਡਿਸਕ੍ਰਾਈਬ ਕਰ ਦਿੱਤੇ। They are the same, Holmes, Smith said. ਤਾਂ ਕਲਵਰਟਨ ਸਮਿਥ ਨੇ ਕਿਹਾ, ਹੋਮਸ, ਇਹ ਤਾਂ ਸਾਰੇ ਉਹੀ ਹਨ ਲੱਛਣ। Poor Victor was a dead man on the 4th day, a strong and healthy young man. ਇਹ ਸਾਰੇ ਉਹੀ ਸਿੰਪਟਮਸ ਹਨ ਜਿਹਦੇ ਨਾਲ ਉਹ ਵਿਚਾਰਾ ਵਿਕਟਰ ਚੌਥੇ ਦਿਨ ਹੀ ਮਾਰਿਆ ਗਿਆ ਸੀ। ਉਹ ਤਾਂ ਬਹੁਤ ਸਟਰੋਂਗ ਸੀ ਤੇ ਬਹੁਤ ਹੀ ਤੰਦਰੁਸਤ ਯੰਗ ਮੈਨ ਸੀ। What a coincidence indeed. ਇਹ ਯਕੀਨਨ ਕਿਹੋ ਜਿਹਾ ਸੰਜੋਗ ਹੈ। I know that you did it, said Holmes. ਤਾਂ ਹੋਮਸ ਨੇ ਕਲਵਰਟਨ ਸਮਿਥ ਨੂੰ ਕਿਹਾ, ਕਹਿੰਦੇ ਮੈਨੂੰ ਪਤਾ ਹੈ ਉਹ ਸਾਰਾ ਕੁਝ ਤੂੰ ਕੀਤਾ ਸੀ ਕਿ ਜਿਹੜਾ ਉਹ ਵਿਕਟਰ ਸੀ ਉਹਨੂੰ ਤੂੰ ਮਾਰਿਆ ਸੀ। Well, you can't prove it. ਤਾਂ ਸਮਿਥ ਨੇ ਕਿਹਾ, ਖੈਰ ਤੂੰ ਇਹ ਪ੍ਰੂਵ ਨਹੀਂ ਕਰ ਸਕਦਾ। Give me water please, Holmes groaned. ਤਾਂ ਹੋਮਸ ਥੋੜਾ ਜਿਹਾ ਗੁर्राया, ਭਾਵ ਗੁੱਸੇ ਨਾਲ ਬੋਲਿਆ, ਮੈਨੂੰ ਪਾਣੀ ਦੇ ਕਿਰਪਾ ਕਰਕੇ। Here I heard Smith's voice. ਤਾਂ ਜਿੱਥੇ ਹੁਣ ਆਈ ਆ ਗਿਆ ਤਾਂ ਮਤਲਬ ਉਹ ਵਾਟਸਨ ਵੱਲੋਂ ਡਾਇਲੌਗ ਹੈ। ਤਾਂ ਵਾਟਸਨ ਕਹਿ ਰਿਹਾ ਕਿ ਮੈਂ ਸਮਿਥ ਦੀ ਆਵਾਜ਼ ਸੁਣੀ। ਉਹ ਕਹਿੰਦਾ, ਐਲ ਕਿਉਰ ਮੀ ਪਲੀਜ਼। ਵੈਲ ਅਬਾਊਟ ਵਿਕਟਰ ਸੇਵੇਜ ਡੈਥ ਯੂ ਡਿਡ ਇਟ। ਤੂੰ ਮੇਰਾ ਇਲਾਜ ਕਰ ਕਿਰਪਾ ਕਰਕੇ। ਖੈਰ ਮੈਨੂੰ ਪਤਾ ਹੈ ਕਿ ਵਿਕਟਰ ਸੇਵਰਸ ਦੀ ਜਿਹੜੀ ਡੈਥ ਹੋਈ ਹੈ, ਯੂ ਡਿਡ ਇਟ, ਉਹਨੂੰ ਤੂੰ ਹੀ ਮਾਰਿਆ ਹੈ। ਆਈ ਵਿਲ ਫੋਰਗੇਟ ਐਵਰੀਥਿੰਗ ਬਟ ਕਿਉਰ ਮੀ। ਆਈ ਵਿਲ ਫੋਰਗੇਟ ਅਬਾਊਟ ਇਟ। ਮੈਂ ਉਹ ਸਾਰਾ ਕੁਝ ਭੁੱਲ ਜਾਵਾਂਗਾ ਪਰ ਤੂੰ ਮੇਰਾ ਇਲਾਜ ਕਰ। ਮੈਂ ਉਸ ਬਾਰੇ ਕਦੀ ਵੀ ਯਾਦ ਨਹੀਂ ਰੱਖਾਂਗਾ, ਮੈਂ ਉਸ ਬਾਰੇ ਭੁੱਲ ਜਾਵਾਂਗਾ। ਯੂ ਕੈਨ ਫੋਰਗੇਟ ਔਰ ਰਿਮੈਂਬਰ ਜਸਟ ਐਜ਼ ਯੂ ਲਾਈਕ। ਤਾਂ ਇੱਥੇ ਕਲਵਰਟਨ ਸਮਿਥ ਕੀ ਕਹਿੰਦਾ, ਤੂੰ ਚਾਹੇ ਉਹਨੂੰ ਭੁੱਲ ਸਕਦਾ ਹੈ, ਚਾਹੇ ਯਾਦ ਰੱਖ ਸਕਦਾ ਹੈ, ਤੂੰ ਜੋ ਕਰ ਸਕਦਾ ਕਰ ਲੈ, ਜਸਟ ਐਜ਼ ਯੂ ਲਾਈਕ। ਇਟ ਡਜ਼ਨਟ ਮੈਟਰ ਟੂ ਮੀ ਹਾਊ ਮਾਈ ਨੈਫਿਊ ਡਾਈਡ। ਮੈਨੂੰ ਇਹਨਾਂ ਕੋਈ ਮਤਲਬ ਨਹੀਂ ਕਿ ਮੇਰਾ ਭਤੀਜਾ ਕਿੱਦਾਂ ਮਰਿਆ। ਵਾਟਸਨ ਸੈਡ ਯੂ ਗੋਟ ਇਟ ਫਰੋਮ ਦ ਚਾਈਨੀਜ਼ ਸੇਲਰਸ। ਵਾਟਸਨ ਨੇ ਕਿਹਾ ਸੀ ਕਿ ਇਹ ਬਿਮਾਰੀ ਤੈਨੂੰ ਕਿਸੇ ਚਾਈਨੀਜ਼ ਕਿਸ਼ਤੀ ਚਲਾਉਣ ਵਾਲੇ ਤੋਂ ਮਿਲੀ ਹੈ। ਸੇਲਰਸ ਹੁੰਦਾ ਕਿਸ਼ਤੀ ਚਲਾਉਣ ਵਾਲੇ। ਕੁਡ ਦੇਅਰ ਬੀ ਐਨੀ ਅਦਰ ਰੀਜ਼ਨ? ਕਿ ਇਸ ਤੋਂ ਇਲਾਵਾ ਵੀ ਕੋਈ ਹੋਰ ਕਾਰਨ ਹੋ ਸਕਦਾ ਹੈ? ਆਈ ਕਾਂਟ ਥਿੰਕ, ਮਾਈ ਮਾਈਂਡ ਇਜ਼ ਗੋਨ, ਹੈਲਪ ਮੀ ਪਲੀਡਡ ਹੋਮਸ। ਮੈਂ ਹੁਣ ਸੋਚ ਨਹੀਂ ਸਕਦਾ, ਮੇਰਾ ਦਿਮਾਗ ਜਾਈ ਜਾ ਰਿਹਾ ਹੈ, ਕਿਰਪਾ ਕਰਕੇ ਮੇਰੀ ਮਦਦ ਕਰ। ਪਲੀਡਡ ਹੁੰਦਾ ਬੇਨਤੀ ਕੀਤੀ, ਕਿ ਹੋਮਸ ਨੇ ਬੇਨਤੀ ਕੀਤੀ ਕਿ ਹੁਣ ਮੇਰਾ ਦਿਮਾਗ ਵੀ ਕੰਮ ਕਰਨੋਂ ਬੰਦ ਹੋ ਗਿਆ, ਤੂੰ ਮੇਰੀ ਮਦਦ ਕਰ, ਮੈਂ ਹੁਣ ਸੋਚ ਵਿਚਾਰ ਨਹੀਂ ਸਕਦਾ।
Did anything come by post a box by chance on Wednesday? ਕਲਵਰਟਨ ਸਮਿਥ ਨੇ ਪੁੱਛਿਆ ਕਿ ਡਾਕ ਦੇ ਥਰੂ, ਪੋਸਟ ਦੇ ਥਰੂ ਕੋਈ ਐਸੀ ਚੀਜ਼ ਘਰ 'ਚ ਆਈ ਸੀ ਜਿਵੇਂ ਕਿ ਅਚਾਨਕ ਕੋਈ ਤੇਰੇ ਘਰ ਬਾਕਸ ਆ ਗਿਆ ਹੋਵੇ, ਉਹੀ ਆਈਵਰੀ ਬਾਕਸ ਔਨ ਵੈਨਸਡੇ, ਬੁੱਧਵਾਰ ਨੂੰ। ਯੈਸ ਆਈ ਓਪਨਡ ਇਟ, ਹਾਂ ਆਇਆ ਸੀ ਤੇ ਮੈਂ ਉਸ ਨੂੰ ਖੋਲ੍ਹਿਆ ਐਂਡ ਦੇਅਰ ਵਾਜ਼ ਅ ਸ਼ਾਰਪ ਸਪਰਿੰਗ ਇਨਸਾਈਡ ਇਟ, ਅਤੇ ਹਾਂ ਉਸ ਵਿੱਚ ਇੱਕ ਬੜਾ ਤਿੱਖਾ ਸਪਰਿੰਗ ਵੀ ਸੀ, ਅ ਜੋਕ ਪਰਹੈਪਸ, ਸ਼ਾਇਦ ਉਹ ਕੋਈ ਮਜ਼ਾਕ ਕੀਤਾ ਸੀ ਕਿਸੇ ਨੇ। ਇਟ ਡਰਿਊ ਬਲੱਡ, ਤੇ ਜਿਵੇਂ ਹੀ ਮੈਂ ਉਸ ਨੂੰ ਖੋਲ੍ਹਿਆ ਤੇ ਮੇਰੀਆਂ ਉਂਗਲਾਂ ਜਦੋਂ ਸਪਰਿੰਗ ਦੇ ਨਾਲ ਲੱਗੀਆਂ, ਉਹ ਇੰਨਾ ਤਿੱਖਾ ਸੀ ਕਿ ਉਸ ਨੇ ਮੇਰੀਆਂ ਉਂਗਲਾਂ ਦੇ ਵਿੱਚੋਂ ਬਲੱਡ ਨਿਕਾਲ ਦਿੱਤਾ। ਸੈਡ ਹੋਮਸ, ਹੋਮਸ ਨੇ ਕਿਹਾ। ਨੋ ਇਟ ਵਾਸ ਨੋਟ ਅ ਜੋਕ ਯੂ ਫੂਲ, ਯੂ ਹੈਵ ਗੋਟ ਇਟ, ਕਿ ਜੋ ਤੈਨੂੰ ਮਿਲਿਆ ਹੈ ਉਹ ਕੋਈ ਮਜ਼ਾਕ ਨਹੀਂ ਸੀ ਪਾਗਲ। ਹੂ ਆਸਕਡ ਯੂ ਟੂ ਕ੍ਰੋਸ ਮਾਈ ਪਾਥ, ਤੈਨੂੰ ਕਿੰਨੇ ਕਿਹਾ ਸੀ ਕਿ ਤੂੰ ਮੇਰੇ ਰਾਹ ਦੇ ਵਿੱਚ ਆ ਕੇ ਰੋੜਾ ਅਟਕਾਏ। ਯੂ ਨਿਊ ਟੂ ਮਚ ਅਬਾਊਟ ਵਿਕਟਰਸ ਡੈਥ, ਤੂੰ ਵਿਕਟਰ ਦੀ ਮੌਤ ਬਾਰੇ ਬਹੁਤ ਕੁਝ ਜਾਣ ਗਿਆ ਸੀ। ਯੂਅਰ ਐਂਡ ਇਜ਼ ਨੀਅਰ ਹੋਮਸ, ਤੇਰਾ ਅੰਤ ਹੁਣ ਨੇੜੇ ਆ ਗਿਆ ਹੈ। ਆਈਲ ਕੈਰੀ ਦਿਸ ਬਾਕਸ ਇਨ ਮਾਈ ਪੋਕਟ, ਤਾਂ ਮੈਂ ਇਹ ਆਈਵਰੀ ਬਾਕਸ ਆਪਣੀ ਪੋਕਟ ਵਿੱਚ ਲੈ ਜਾਵਾਂਗਾ। ਦ ਲਾਸਟ ਪੀਸ ਆਫ ਐਵੀਡੈਂਸ, ਇਹੀ ਹੈ ਸਬੂਤ ਦਾ ਆਖਰੀ ਪੀਸ। ਟਰਨ ਅਪ ਦ ਗੈਸ ਸਮਿਥ, ਸੈਡ ਹੋਮਸ ਇਨ ਹਿਜ਼ ਨੈਚੁਰਲ ਵਾਇਸ। ਸੋ ਇੱਕਦਮ ਹੁਣ ਹੋਮਸ ਉੱਠਦਾ ਤੇ ਆਪਣੀ ਨੈਚੁਰਲ ਆਵਾਜ਼ ਵਿੱਚ ਕਹਿੰਦਾ ਜਿੱਦਾਂ ਉਹਨੂੰ ਕੁਝ ਹੋਇਆ ਹੀ ਨਹੀਂ ਹੁੰਦਾ। ਕੀ ਕਹਿੰਦਾ ਕਿ ਰੋਸ਼ਨੀ ਵਧਾ ਦੇ ਸਮਿਥ। ਯੈਸ ਆਈ ਵਿਲ, ਸੋ ਦੈਟ ਆਈ ਕੈਨ ਸੀ ਯੂ ਬੈਟਰ। ਦੇਅਰ ਵਾਜ਼ ਸਾਇਲੈਂਸ, ਦੈਨ ਆਈ ਹਰਡ ਸਮਿਥ ਸੇ ਵਾਟਸ ਆਲ ਦਿਸ, ਤੇ ਇੱਕਦਮ ਸਮਿਥ ਕੀ ਰਿਸਪੌਂਸ ਦਿੰਦਾ, ਹਾਂ ਮੈਂ ਰੋਸ਼ਨੀ ਵਧਾ ਦਾਂਗਾ ਤਾਂ ਕਿ ਮੈਂ ਤੈਨੂੰ ਚੰਗੀ ਤਰ੍ਹਾਂ ਦੇਖ ਸਕਾਂ। ਪਰ ਇੰਨੀ ਗੱਲ ਕਹਿਣ ਤੋਂ ਬਾਅਦ ਦਿਮਾਗ 'ਚ ਆਉਂਦਾ ਕਿ ਇਹਦੀ ਆਵਾਜ਼ ਇੱਕਦਮ ਵਧੀਆ ਕਿੱਦਾਂ ਨਿਕਲਣ ਲੱਗੀ। ਹੁਣੇ ਤਾਂ ਇਹ ਮੇਰੇ ਨਾਲ ਬਿਮਾਰੀ 'ਚ ਬੋਲ ਰਿਹਾ ਸੀ ਤੇ ਹੁਣੇ ਹੀ ਇੱਦਾਂ ਬੋਲ ਰਿਹਾ ਜਿੱਦਾਂ ਬਿਲਕੁਲ ਠੀਕ ਹੋਵੇ। ਫਿਰ ਉਸ ਤੋਂ ਬਾਅਦ ਕੀ ਹੋਇਆ, ਦੇਅਰ ਵਾਜ਼ ਸਾਇਲੈਂਸ, ਜਦੋਂ ਇਹ ਚੀਜ਼ ਉਹਦੇ ਦਿਮਾਗ ਵਿੱਚ ਆਈ ਤਾਂ ਸਾਇਲੈਂਸ ਪਸਰ ਗਈ, ਚੁੱਪ ਪਸਰ ਗਈ। ਦੈਨ ਆਈ ਹਰਡ ਸਮਿਥ ਸੇ, ਤਾਂ ਫਿਰ ਵਾਟਸਨ ਕੀ ਕਹਿੰਦਾ, ਕਹਿੰਦਾ ਮੈਂ ਸੁਣਿਆ ਸਮਿਥ ਕਹਿੰਦਾ ਹੈ ਵਾਟਸ ਆਲ ਦਿਸ, ਇਹ ਸਭ ਕੁਝ ਕੀ ਹੈ। ਸਕਸੈਸਫੁਲ ਐਕਟਿੰਗ, ਸੈਡ ਹੋਮਸ, ਹੋਮਸ ਨੇ ਕਿਹਾ ਇਹ ਕਾਮਯਾਬ ਐਕਟਿੰਗ ਹੈ। ਫॉर 3 days I didn't taste anything, neither food nor drink, 3 ਦਿਨ ਹੋ ਗਏ ਨਾ ਮੈਂ ਕੋਈ ਖਾਣਾ ਖਾਧਾ ਸੀ ਅਤੇ ਨਾ ਹੀ ਪਾਣੀ ਪੀਤਾ ਸੀ। There were footsteps outside, ਬਾਹਰੋਂ ਕਦਮਾਂ ਦੇ ਆਹਟ ਦੀ ਆਵਾਜ਼ ਸੀ। The door opened, ਦਰਵਾਜ਼ਾ ਖੁੱਲਿਆ and I heard ਇੰਸਪੈਕਟਰ ਮੋਰਟਨ's voice, ਤੇ ਵਾਟਸਨ ਕਹਿੰਦਾ ਮੈਂ ਫਿਰ ਇੰਸਪੈਕਟਰ ਮੋਰਟਨ ਦੀ ਆਵਾਜ਼ ਸੁਣੀ। I arrest you on charge of murder, he said, ਤਾਂ ਇੰਸਪੈਕਟਰ ਮੋਰਟਨ ਨੇ ਕਲਵਰਟਨ ਸਮਿਥ ਨੂੰ ਕੀ ਕਿਹਾ, ਤਾਂ ਮੈਂ ਤੈਨੂੰ ਕਤਲ ਦੇ ਦੋਸ਼ ਦੇ ਵਿੱਚ ਅਰੈਸਟ ਕਰਦਾ ਹਾਂ। And attempt of murder of Sherlock Holmes too, laughed Holmes, ਤੇ ਹੋਮਸ ਨੇ ਵੀ ਹੱਸਦੇ ਹੋਏ ਕਿਹਾ ਤੇ ਇਹਨੂੰ ਇਸ ਕਰਕੇ ਵੀ ਗ੍ਰਿਫਤਾਰ ਕਰਕੇ ਇਸ ਨੇ ਸ਼ੇਰਲੌਕ ਹੋਮਸ ਨੂੰ ਕਤਲ ਕਰਨ ਦੀ ਵੀ ਕੋਸ਼ਿਸ਼ ਕੀਤੀ। There was a sudden rush and scuffle, ਤੇ ਇੱਕਦਮ ਹੀ ਉੱਥੇ ਭਗਦੜ ਜੀ ਮਚ ਗਈ ਤੇ ਸਕਫਲ ਹੁੰਦਾ ਇੱਕ ਛੋਟੀ ਜੀ ਲੜਾਈ, ਠੀਕ ਹੈ, ਖਿੱਚੋਤਾਣ, ਤੇ ਛੋਟੀ ਜੀ ਲੜਾਈ ਹੋਈ followed by the clash of iron and sudden cry of pain, ਤੇ ਉਸ ਲੜਾਈ ਦੇ ਵਿੱਚ ਕਿਸੇ ਦੇ ਲੋਹੇ ਦੀ ਚੀਜ਼ ਵੱਜਣ ਅਤੇ ਦਰਦ ਵਿੱਚ ਚਿਲਾਹਟ ਦੀ ਆਵਾਜ਼ ਆਈ। There was a click of handcuffs, ਤੇ ਉਸ ਤੋਂ ਬਾਅਦ ਹੱਥ ਕੜੀਆਂ ਦੇ ਕਲਿੱਕ ਦੀ ਆਵਾਜ਼ ਵੀ ਆਈ। ਭਾਵ ਕਲਵਰਟਨ ਸਮਿਥ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੋਮਸ ਆਸਕਡ ਮੀ ਟੂ ਕਮ ਇਨ, ਤਾਂ ਫਿਰ ਹੋਮਸ ਨੇ ਮੈਨੂੰ ਬੁਲਾ ਲਿਆ, ਤੂੰ ਹੁਣ ਇੱਥੇ ਆ ਸਕਦਾ ਹੈ। ਸੌਰੀ ਵਾਟਸਨ, ਆਈ ਵਾਜ਼ ਰੂਡ ਟੂ ਯੂ, ਤਾਂ ਹੋਮਸ ਨੇ ਆਪਣੇ ਸਹਾਇਕ ਵਾਟਸਨ ਨੂੰ ਕਿਹਾ ਸੌਰੀ ਯਾਰ ਮੈਂ ਤੇਰੇ ਨਾਲ ਬੜਾ ਕੁਰਖਤ ਸੀ। ਆਈ ਅੰਡਰਮਾਈਨਡ ਯੂਰ ਕੈਪੇਬਿਲਿਟੀ ਐਜ਼ ਅ ਡਾਕਟਰ, ਮੈਂ ਤੇਰੀ ਡਾਕਟਰ ਦੀ ਕੈਪੇਬਿਲਿਟੀ ਨੂੰ ਘੱਟ ਕਰਕੇ ਜਾਣਿਆ। ਇਟ ਵਾਜ਼ ਜਸਟ ਟੂ ਗੈਟ ਸਮਿਥ ਹੇਅਰ, ਇਹ ਸਾਰਾ ਕੁਝ ਨਾਟਕ ਮੈਂ ਇਸੇ ਕਰਕੇ ਕੀਤਾ ਸੀ ਤਾਂ ਕਿ ਸਮਿਥ ਨੂੰ ਮੈਂ ਇੱਥੇ ਬੁਲਾ ਸਕਾਂ। ਐਂਡ ਆਈ ਡਿਡ ਨੋਟ ਵਾਂਟ ਯੂ ਟੂ ਨੋ ਦੈਟ ਆਈ ਵਾਜ਼ ਨੋਟ ਇਲ, ਅਤੇ ਮੈਂ ਤੈਨੂੰ ਵੀ ਇਹ ਨਹੀਂ ਦੱਸਣਾ ਚਾਹੁੰਦਾ ਸੀ ਕਿ ਮੈਂ ਬਿਮਾਰ ਨਹੀਂ ਸੀ। ਬਟ ਯੂਅਰ ਅਪੀਅਰੈਂਸ, ਆਈ ਸੈਡ, ਤਾਂ ਵਾਟਸਨ ਨੇ ਕਿਹਾ ਪਰ ਯਾਰ ਤੇਰੀ ਦਿੱਖ ਤਾਂ ਇਹੋ ਜਿਹੀ ਲੱਗ ਰਹੀ ਸੀ। 3 days ਫਾਸਟਿੰਗ ਐਂਡ ਦਾ ਮੇਕਅਪ ਡਿਡ ਦਾ ਟ੍ਰਿਕ, ਤਾਂ ਹੋਮਸ ਨੇ ਕਿਹਾ ਕਹਿੰਦਾ 3 ਦਿਨ ਭੁੱਖਾ ਰਹਿਣਾ ਅਤੇ ਥੋੜਾ ਜਿਹਾ ਮੇਕਅਪ, ਉਸ ਨੇ ਹੀ ਇਹ ਸਾਰੇ ਜਿਹੜੀ ਸੀ ਟ੍ਰਿਕ ਖੇਡ ਰਚਾਤੀ। ਐਂਡ ਦ ਗੈਸ ਵਾਜ਼ ਟਰਨਡ ਅਪ ਟੂ ਗਿਵ ਅ ਸਿਗਨਲ ਟੂ ਮੋਰਟਨ ਟੂ ਕਮ, ਤੇ ਉਸ ਗੈਸ ਵਾਲੇ ਲਾਲਟੈਨ ਦਾ ਅਪ ਹੋਣਾ ਇਹ ਸਿਗਨਲ ਸੀ ਮੋਰਟਨ ਲਈ ਕਿ ਉਹ ਅੰਦਰ ਆ ਕੇ ਉਸ ਨੂੰ ਗ੍ਰਿਫਤਾਰ ਕਰ ਸਕਦਾ ਹੈ। ਦ ਕੋਇਨਸ, ਤੇ ਫਿਰ ਵਾਟਸਨ ਨੇ ਪੁੱਛਿਆ ਉਹ ਕੋਇਨਸ ਦਾ ਕੀ ਸੀ, ਤੂੰ ਮੇਰੀ ਜੇਬ ਵਿੱਚ ਜਿਹੜੇ ਕੋਇਨਸ ਪਵਾਏ ਉਹਦਾ ਮਤਲਬ ਕੀ ਹੋਇਆ। ਉਹ ਦੈਟ ਵਾਜ਼ ਓਨਲੀ ਟੂ ਪ੍ਰੂਵ ਦੈਟ ਆਈ ਵਾਜ਼ ਡਿਲੀਰੀਅਸ, ਉਹ ਤਾਂ ਯਾਰ ਮੈਂ ਇਸ ਕਰਕੇ ਕਿਹਾ ਸੀ
कि तैनू इदां लगे कि मैं सच्ची बेसुध ही हाँ कि पता नहीं की गल्लां करी जा रहा हाँ। ही लाफ्ड, उसने हसदे हुए गल कही। आई नीड टू ईट नाउ वटसन, होम्स ने कहा वटसन मैनू हुण खाने की बहुत ज़रूरत है। मिस्टर स्मिथ किल्ड हिज नैफ्यू एंड ही वॉन्टेड टू किल मी द सेम वे टू अवॉइड इंप्रिजनमेंट। मिस्टर कलवर्टन स्मिथ ने अपने नैफ्यू नू मार दिता सी अते ओह उसे तरीके नाल मैनू भी मारना चाहता सी ਤਾਂ ਕਿ ਉਹ ਜੇਲ੍ਹ ਤੋਂ ਬਚ ਸਕੇ। ਆਈ ਨੀਡ ਟੂ ਈਟ ਨਾਓ, ਮੈਨੂੰ ਹੁਣ ਖਾਣ ਦੀ ਲੋੜ ਹੈ ਵਟਸਨ, ਐਂਡ ਥੈਂਕ ਯੂ ਵਟਸਨ ਹੀ ਸੈਡ, ਅਤੇ ਵਟਸਨ ਤੇਰਾ ਧੰਨਵਾਦ ਉਸਨੇ ਕਿਹਾ। ਸੋ ਇਹ ਸੀ ਸਾਡੀ ਸਟੋਰੀ। ਤੇ ਜੇ ਕਿਸੇ ਨੂੰ ਪੂਰੀ ਤਰ੍ਹਾਂ ਸਟੋਰੀ ਨਹੀਂ ਸਮਝ ਆਈ ਤਾਂ ਮੈਂ ਇਹਨੂੰ ਸਮਰਾਈਜ਼ ਕਰ ਦਵਾਂ ਕਿ ਮਿਸਟਰ ਹੋਮਸ ਜੋ ਇੱਕ ਜਾਸੂਸ ਸੀ, ਜੋ ਇੱਕ ਕੇਸ ਤੇ ਕੰਮ ਕਰ ਰਿਹਾ ਸੀ, ਉਹ ਕੇਸ ਜਿਸ ਵਿੱਚ ਵਿਕਟਰ ਨਾਂ ਦੇ ਵਿਅਕਤੀ ਦਾ ਕਤਲ ਹੋ ਜਾਂਦਾ ਹੈ ਤੇ ਉਹ ਮਰਡਰ ਹੋਰ ਕਿਸੇ ਨੇ ਨਹੀਂ ਬਲਕਿ ਉਸ ਦੇ ਚਾਚੇ ਨੇ ਹੀ ਕੀਤਾ ਹੁੰਦਾ ਹੈ, ਭਾਵ ਕਲਵਰਟਨ ਸਮਿਥ ਨੇ। ਸੋ ਕਿਉਂਕਿ ਹੋਮਸ ਉਸ ਕੇਸ ਦੀ ਪੈਰਵੀ ਕਰ ਰਿਹਾ ਹੁੰਦਾ ਹੈ, ਸੋ ਕਲਵਰਟਨ ਸਮਿਥ ਚਾਹੁੰਦਾ ਹੈ ਕਿ ਹੋਮਸ ਨੂੰ ਵੀ ਉਸੇ ਤਰੀਕੇ ਨਾਲ ਮਾਰ ਦਿੱਤਾ ਜਾਵੇ ਜਿਸ ਤਰੀਕੇ ਨਾਲ ਉਸਨੇ ਵਿਕਟਰ ਨੂੰ ਮਾਰਿਆ ਸੀ। ਸੋ ਉਹ ਉਸ ਦੇ ਘਰ ਪੋਸਟ ਰਾਹੀਂ ਇੱਕ ਆਈਵਰੀ ਬਾਕਸ ਭੇਜਦਾ ਹੈ ਤੇ ਉਹਦੇ ਵਿੱਚ ਉਹ ਇੱਕ ਇਨਫੈਕਟਡ ਜ਼ਹਿਰ ਲੱਗਿਆ ਹੋਇਆ ਸਪਰਿੰਗ ਭੇਜ ਦਿੰਦਾ ਹੈ, ਇਹ ਸੋਚ ਕੇ ਕਿ ਜਦੋਂ ਹੋਮਸ ਉਸ ਨੂੰ ਖੋਲੇਗਾ ਤਾਂ ਇਹ ਸਪਰਿੰਗ ਇੰਨਾ ਕੁ ਤਿੱਖਾ ਹੋਏਗਾ ਕਿ ਉਹਦੀਆਂ ਉਂਗਲਾਂ ਦੇ ਵਿੱਚ ਧੱਸ ਜਾਏਗਾ ਅਤੇ ਖੂਨ ਨਿਕਲੇਗਾ ਤੇ ਉਹ ਜ਼ਹਿਰ ਹੌਲੀ ਹੌਲੀ ਉਸ ਦੇ ਅੰਦਰ ਵੱਧਦਾ ਜਾਏਗਾ। ਇਹੋ ਹੀ ਤਰੀਕਾ ਸੀ ਜਿਸ ਤਰ੍ਹਾਂ ਉਸਨੇ ਆਪਣੇ ਭਤੀਜੇ ਵਿਕਟਰ ਨੂੰ ਮਾਰਿਆ ਸੀ। ਪਰ ਕਿਉਂਕਿ ਹੋਮਸ ਇਸ ਕੇਸ ਨੂੰ ਸੋਲਵ ਕਰਨਾ ਚਾਹੁੰਦਾ ਸੀ, ਇਸ ਕਰਕੇ ਉਸਨੇ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ। ਉਹ 3 ਦਿਨ ਤੋਂ ਭੁੱਖਾ ਰਿਹਾ ਤਾਂ ਕਿ ਬਿਮਾਰ ਲੱਗੇ। ਥੋੜਾ ਜਿਹਾ ਉਹਨੇ ਮੇਕਅਪ ਕਰ ਲਿਆ ਬਿਮਾਰਾਂ ਵਾਲਾ ਤੇ ਕੁਝ ਮਾਹੌਲ ਵੀ ਉਹੋ ਜਿਹਾ ਬਣਾਤਾ ਤੇ ਆਪਣੀ ਲੈਂਡ ਲੇਡੀ ਨੂੰ ਵੀ ਉਸਨੇ ਇਸ ਗੱਲ ਦੀ ਭਿਣਕ ਨਹੀਂ ਹੋਣ ਦਿੱਤੀ। ਹਾਂ, ਪਰ ਬਾਹਰ ਉਸਨੇ ਪੁਲਿਸ ਨੂੰ ਤਿਆਰ ਕਰ ਲਿਆ ਸੀ, ਉਹ ਵੀ ਵਿਦਆਊਟ ਯੂਨੀਫਾਰਮ, ਜੋ ਕਿ ਬਾਹਰ ਮਿਸਟਰ ਮੋਰਟਨ ਘੁੰਮ ਰਹੇ ਸਨ। ਉਹ ਵੀ ਵਟਸਨ ਨੂੰ ਨਹੀਂ ਪਤਾ ਚੱਲ ਸਕਿਆ ਕਿ ਉਹ ਬਾਹਰ ਕਿਉਂ ਘੁੰਮ ਰਹੇ ਸਨ। ਸੋ ਸਾਰਾ ਕੁਝ ਇੱਕ ਲੰਬੀ ਪਲੈਨਿੰਗ ਦੇ ਤਹਿਤ ਹੋਇਆ। ਫਿਰ ਜਦੋਂ ਬਹਾਨੇ ਦੇ ਨਾਲ ਮਿਸਟਰ ਵਾਟਸਨ ਕਲਵਰਟਨ ਸਮਿਥ ਨੂੰ ਲੈ ਕੇ ਆਏ ਤਾਂ ਉਸਨੇ ਖੁਦ ਹੀ ਆਪਣਾ ਇਕਬਾਲੀਆ ਬਿਆਨ ਦੇ ਦਿੱਤਾ ਕਿ ਉਸਨੇ ਹੀ ਵਿਕਟਰ ਨੂੰ ਮਾਰਿਆ ਸੀ, ਪਰ ਹੁਣ ਕਿਸੇ ਕੋਲ ਕੋਈ ਸਬੂਤ ਨਹੀਂ ਹੈ ਤੇ ਉਹ ਜਿਹੜਾ ਆਈਵਰੀ ਬਾਕਸ ਹੈ ਉਹ ਵੀ ਹੁਣ ਲੈ ਕੇ ਚੱਲਿਆ ਹੈ ਤੇ ਮਿਸਟਰ ਹੋਮਸ ਵੀ ਮਰ ਰਹੇ ਹਨ, ਇਸ ਕਰਕੇ ਹੁਣ ਉਸ ਨੂੰ ਜੇਲ੍ਹ ਨਹੀਂ ਹੋ ਸਕਦੀ। ਤੇ ਉਸ ਤੋਂ ਬਾਅਦ ਪੁਲਿਸ ਵਾਸਤੇ ਫਾਈਨਲ ਕਲੂ, ਫਾਈਨਲ ਸੰਕੇਤ ਇਹ ਸੀ ਕਿ ਜਦੋਂ ਅੰਦਰ ਦੀ ਰੋਸ਼ਨੀ ਜ਼ਿਆਦਾ ਹੋਵੇ ਤਾਂ ਪੁਲਿਸ ਅੰਦਰ ਆ ਜਾਵੇ। ਸੋ ਇਸੇ ਤਰ੍ਹਾਂ ਹੀ ਹੋਇਆ। ਮਿਸਟਰ ਹੋਮਸ ਨੇ ਸਮਿਥ ਨੂੰ ਜਾਂਦੇ ਜਾਂਦਿਆਂ ਕਿਹਾ ਕਿ ਉਹ ਲੈਂਪ ਦੀ ਲਾਈਟ ਵਧਾ ਦੇਵੇ ਤੇ ਸਮਿਥ ਨੇ ਵੀ ਕੀ ਕਿਹਾ ਕਿ ਹਾਂ ਮੈਂ ਵਧਾ ਦਿੰਦਾ ਹਾਂ ਤਾਂ ਕਿ ਮੈਂ ਤੈਨੂੰ ਮਰਦੇ ਦੇਖ ਸਕਾਂ। ਜਿਉਂ ਹੀ ਲੈਂਪ ਦੀ ਲਾਈਟ ਵੱਧਦੀ ਹੈ ਤੇ ਬਾਹਰੋਂ ਪੁਲਿਸ ਅੰਦਰ ਆ ਜਾਂਦੀ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਸੋ ਇਹ ਸੀ ਸਟੋਰੀ ਜਿਹਦੇ ਵਿੱਚ ਅਖੀਰ ਤੱਕ ਰਾਜ਼ ਹੀ ਬਣਿਆ ਰਹਿੰਦਾ ਹੈ ਕਿ ਸਾਰੀ ਸਟੋਰੀ ਵਿੱਚ ਹੋ ਕੀ ਰਿਹਾ ਹੈ। ਸੋ ਇਹ ਸਟੋਰੀ ਨੂੰ ਪੜ੍ਹਨ ਲਈ ਰੀਡਰ ਦਾ ਪੇਸ਼ੈਂਸ ਲੈਵਲ ਬਹੁਤ ਅੱਛਾ ਹੋਣਾ ਚਾਹੀਦਾ ਹੈ, ਕਿਉਂਕਿ ਇਹ ਸਟੋਰੀ ਹੌਲੀ ਹੌਲੀ ਮੂਵ ਕਰਦੀ ਹੈ ਤੇ ਹੌਲੀ ਹੌਲੀ ਪਰਤ ਦਰ ਪਰਤ ਇਸ ਬਾਰੇ ਪਤਾ ਚੱਲਦਾ ਰਹਿੰਦਾ ਹੈ। ਸੋ ਉਮੀਦ ਹੈ ਤੁਹਾਨੂੰ ਇਹ ਸਟੋਰੀ ਪਸੰਦ ਆਈ ਹੋਏਗੀ। ਥੈਂਕ ਯੂ ਵੈਰੀ ਮਚ, ਤੁਸੀਂ ਇੰਨੇ ਧਿਆਨ ਦੇ ਨਾਲ ਸੁਣਿਆ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।